गुड मॉर्निंग स्टूडेंट्स ਅੱਜ ਆਪਾਂ ਜਿਹੜਾ ਆਪਣੀ ਬੁੱਕ ਵਿੱਚ 4th ਚੈਪਟਰ ਹੈ ਕਾਰਬਨ ਅਤੇ ਇਸ ਦੇ ਯੌਗਿਕ ਬਾਰੇ ਡਿਸਕਸ ਕਰਾਂਗੇ। ਕਾਰਬਨ ਅਤੇ ਇਸ ਦੇ ਯੌਗਿਕ ਵਿੱਚ ਕੀ ਪੜਾਂਗੇ? ਕਾਰਬਨ ਇੱਕ ਤੱਤ ਹੈ, ਤੁਸੀਂ 6ਵੀਂ ਤੁਸੀਂ 9ਵੀਂ ਚ ਵੀ ਪੜਿਆ ਤੇ ਆਪਾਂ ਉਹਦੇ ਯੌਗਿਕ ਕੀ ਹੁੰਦੇ? ਕਾਰਬਨ ਨੂੰ ਕਿਸੇ ਹੋਰ ਤੱਤਾਂ ਨਾਲ ਮਿਲ ਕੇ ਕਿਵੇਂ ਨਵੇਂ ਯੌਗਿਕ ਬਣਾਉਂਦਾ, ਉਹਦੇ ਬਾਰੇ ਕੀ ਕਰਨੀ ਹੈ ਆਪਾਂ डिस्कशन करनी है। ठीक है, हुण देखो कार्बन सब तो पहला आप देखना कार्बन का सिंबल की है। कार्बन नूं आपां काहदे नाल लिखदे हैं? काहदे नाल लिखदे हैं कार्बन नूं आपां? सी नाल। कार्बन नूं आपां काहदे नाल लिखदे हैं बेटा? दसो कार्बन नूं आपां काहदे नाल लिखदे हैं? सी कार्बन। ओके, वेरी गुड। कार्बन नूं आपां काहदे नाल लिखदे हैं? सी नाल। हुण कार्बन दे तुसीं देखो कार्बन दी संख्या की है, कार्बन की परमाणु संख्या, परमाणु संख्या कितनी है? कार्बन की परमाणु संख्या बेटा 6। ਇਹਦੇ ਵਿੱਚ ਕਿੰਨੇ परमाणु संख्या, किन्ने ਇਹਦੇ ਵਿੱਚ इलेक्ट्रॉन है, प्रोटॉन है, किन्ने है? 6। रुक जाओ मम्मा, कार्बन की परमाणु संख्या 6 है। इलेक्ट्रॉनिक तरतीब की है कार्बन की? इलेक्ट्रॉनिक तरतीब तुसी पहला भी 9वीं च भी पढ़ चुके हो। इलेक्ट्रॉनिक तरतीब की है 2 4। पहले शैल च कितने इलेक्ट्रॉन है बेटा? दे 2। दूसरे च कितने है? 4। पर आपा पढ़िया होया है भी पहले शैल नु कंप्लीट करने वास्ते कितने चाहिए? 2। दूसरे शैल नु कितने चाहिए? 8। ते फिर ਇਹਦੇ ਵਿੱਚ ਤੁਸੀਂ ਦੇਖੋ ਇਹਦੇ ਵਿੱਚ ਚਾਹੀਦੇ ਕਿੰਨੇ ਆਪਾਂ ਨੂੰ? दूसरे शैल ਨੂੰ पूरा करने वास्ते 8, पर अपने कोल कार्बन च कितने है? 4। मतलब ਇਹਦੇ ਕੋਲ 4 ਜ਼ਿਆਦਾ ਆਪਾਂ ਕਹਿ ਸਕਦੇ ਹਾਂ 4 ਵੱਧ ਹੈ, ਜਾਂ ਆਪਾਂ ਕਹਿ ਸਕਦੇ ਹਾਂ 4 ਘੱਟ ਹੈ। ਹੁਣ ਆਪਾਂ ਕਾਰਬਨ ਦੇ ਵਿੱਚ ਜਿਹੜੀ ਇਹਦੀ ਸੰਯੋਜਕਤਾ ਨੂੰ ਡਿਸਕਸ ਕਰਨ ਵਾਸਤੇ ਅੱਗੇ ਵਧਦੇ ਹਾਂ। ਹੁਣ ਅਗਲਾ ਟੌਪਿਕ ਹੈ ਇਸੇ ਵਿੱਚ ਹੀ ਕਾਰਬਨ ਦੇ ਇਲੈਕਟ੍ਰੋਨਿਕ ਤਰਤੀਬ ਹੋ ਕੇ ਲੈ ਕੇ रुक जाओ बोलो। कार्बन दे सह संयोग बंधन बेटा ਆਪਾਂ ਇਹਦੀ ਇਲੈਕਟ੍ਰੋਨਿਕ ਤਰਤੀਬ ਪੜ੍ਹੀ ਸੀ ਕਾਰਬਨ ਦੀ। ਉਹਦੇ ਵਿੱਚ ਆਪਾਂ ਪੜ੍ਹਿਆ ਸੀ ਕਾਰਬਨ ਦੇ ਬਾਹਰਲੇ ਸ਼ੈਲ ਵਿੱਚ ਕਿੰਨੇ ਇਲੈਕਟ੍ਰੋਨ ਹੈ? ਬਾਹਰਲੇ ਸ਼ੈਲ ਵਿੱਚ ਕਿੰਨੇ ਸੀ ਬੇਟਾ? ਕਿੰਨੇ ਇਲੈਕਟ੍ਰੋਨ ਸੀ? 4। ठीक है, ਹੁਣ ਇਹਦੇ ਵਿੱਚ ਕੀ ਦੇਖੋ ਤੁਸੀਂ, ਜੇ ਇਹ 4 ਨੈਗੇਟਿਵ ਆਇਨ 4 ਕੀ ਕਰਦਾ ਹੈ? ਇਹਦੇ ਵਿੱਚ 4 ਕੀ ਬਣਾਉਂਦਾ? ऋण आयन ਬਣਾਉਂਦਾ ਹੈ। 4 ਜੇ ਇਹ ऋण आयन ਬਣਾਉਂਦਾ, ऋण आयन ਦਾ ਮਤਲਬ ਕੀ ਹੈ? ਇਹਦੇ ਕੋਲ 4 ਇਲੈਕਟ੍ਰੋਨ ਲੈ ਲੈਂਦਾ ਹੈ। ਠੀਕ ਹੈ, ਜੇ ਇਹ 4 ਇਲੈਕਟ੍ਰੋਨ ਬਾਹਰੋਂ ਕਿਤੋਂ ਲੈ ਲੂਗਾ, ਜੇ ਬਾਹਰੋਂ ਲੈ ਲੂਗਾ ਤਾਂ ਇਹਦੇ ਵਿੱਚ ਪ੍ਰੋਟੋਨ ਕਿੰਨੇ? 6। ਪਰ ਜੇ 6 ਪ੍ਰੋਟੋਨਾਂ ਵਾਲੇ ਨਿਊਕਲੀਅਸ ਨੂੰ 10 ਇਲੈਕਟ੍ਰੋਨ ਕੀ ਹੋ ਜਾਣਗੇ? ਸਾਹਮਣੇ ਬਹੁਤ ਮੁਸ਼ਕਿਲ ਹੋ ਜਾਣਗੇ। ਤਾਂ ਕਰਕੇ ਆਪਾਂ ਕਹਿ ਦਾਂਗੇ ਇਹ 4 ਨਾ ਤਾਂ ਕਿਸੇ ਤੋਂ ਵਾਧੂ ਲੈਂਦਾ। मतलब ਜਿਹਨੇ ਆਪਦੇ ਬਾਹਰਲੇ ਸ਼ੈਲ ਨੂੰ ਪੂਰਾ ਕਰਨਾ ਉਹਦੇ ਵਿੱਚ 8 ਇਲੈਕਟ੍ਰੋਨ ਚਾਹੀਦੇ ਆ। ਆਪਾਂ ਸਪੋਜ਼ ਕਰ ਲਿਆ ਨੇ 4 ਇਲੈਕਟ੍ਰੋਨ ਲੈ ਲਏ। ਜੇ 4 ਲੈ ਲਏ ਤਾਂ ਇਹ ਜਿਹੜੇ ਨਿਊਕਲੀਅਸ ਹੈ, ਨਿਊਕਲੀਅਸ ਨੂੰ ਤਾਂ 10 ਨਿਊਕਲੀਅਸ ਦੇ ਵਿੱਚ 6 ਪ੍ਰੋਟੋਨ ਹੈ, ਉਹਨੂੰ 10 ਇਲੈਕਟ੍ਰੋਨ ਕੀ ਹੋ ਜਾਣਗੇ? ਸਾਹਮਣੇ ਬਹੁਤ ਮੁਸ਼ਕਿਲ ਹੋ ਜਾਣਗੇ। ਤਾਂ ਕਰਕੇ ਆਪਾਂ ਕਹਿ ਦਿੰਦੇ ਆ ਇਹ ਨਾ ਤਾਂ ਕਿਸੇ ਤੋਂ 4 ਇਲੈਕਟ੍ਰੋਨ ਕੀ ਕਰਦਾ? ਲੈ ਸਕਦਾ। ਜੇ ਆਪਾਂ ਦੂਸਰੇ ਪਾਸੇ ਕਹਿ ਦਈਏ ਇਹ ਕੀ ਬਣਾ ਲੇ? ਧਨ ਆਇਨ ਬਣਾ ਲੇ। ਧਨ ਆਇਨ ਦਾ ਮਤਲਬ ਕੀ ਹੈ? ਇਹ ਕਿਸੇ ਨੂੰ 4 ਇਲੈਕਟ੍ਰੋਨ ਦੇਵੇ। ਪਰ ਜੇ 4 ਇਲੈਕਟ੍ਰੋਨ ਦੋ ਉਹਦੇ ਲਈ ਆਪਾਂ ਨੂੰ ਬਹੁਤ ਜ਼ਿਆਦਾ ਊਰਜਾ ਦੀ ਲੋੜ ਹੋਊਗੀ। ਤਾਂ ਕਰਕੇ ਇੰਨੀ ਊਰਜਾ ਨਿਊਕਲੀਅਸ ਕੋਲ ਨਹੀਂ ਹੁੰਦੀ। ਤਾਂ ਕਰਕੇ ਨਾ ਤਾਂ ਇਹ ਕਿਸੇ ਤੋਂ 4 ਇਲੈਕਟ੍ਰੋਨ ਲੈ ਸਕਦਾ ਹੈ, ਨਾ ਇਹ ਕਿਸੇ ਨੂੰ 4 ਇਲੈਕਟ੍ਰੋਨ ਦੇ ਸਕਦਾ ਹੈ। ਇਸ ਲਈ ਆਪਾਂ ਕਹਿ ਸਕਦੇ ਹਾਂ ਕਾਰਬਨ ਹੋਰ ਤੱਤਾਂ ਦੇ ਪਰਮਾਣੂਆਂ ਨਾਲ ਮਿਲ ਕੇ ਕੀ ਬਣਾਉਂਦਾ ਬੇਟਾ? ਸਹਿ ਸੰਯੋਜਕ ਬੰਧਨ ਬਣਾਉਂਦਾ ਹੈ। ਸਹਿ ਸੰਯੋਜਕ ਬੰਧਨ ਦਾ ਮਤਲਬ ਕੀ ਹੈ? और ਅੱਗੇ ਵੀ डिस्कस करते हैं किवें दो परमाणु आपस मिल के आपदे इलैक्ट्रॉन ਨੂੰ शेयर करके ਸਾਂਝਾ ਕਰਕੇ ਕਿਵੇਂ ਸਹਿ ਸੰਯੋਜਕ ਬੰਧਨ ਬਣਾਉਂਦੇ ਆ। ਹੁਣ ਆਪਾਂ ਸਹਿ ਸੰਯੋਜਕ ਬੰਧਨ ਬਾਰੇ ਪੜਾਂਗੇ। ਸਹਿ ਸੰਯੋਜਕ ਬੰਧਨ ਵਿੱਚ ਤੁਸੀਂ ਦੇਖੋ ਆਪਣੇ ਕੋਲ ਹਾਈਡਰੋਜਨ ਹੈ। ਠੀਕ ਹੈ, ਹਾਈਡਰੋਜਨ ਦਾ ਇੱਕ ਪਰਮਾਣੂ ਹੈ, ਉਹਦੀ ਇਲੈਕਟ੍ਰੋਨਿਕ ਤਰਤੀਬ ਕਿੰਨੀ ਦੀ? 1 ਹੁੰਦੀ ਹੈ। ਉਹਦੇ ਕੋਲ ਕੀ ਹੈ? 1 ਇਲੈਕਟ੍ਰੋਨ ਹੈ। ਉਵੇਂ ਆਪਣੇ ਕੋਲ ਇੱਕ ਹੋਰ ਹਾਈਡਰੋਜਨ ਹੈ, ਇਹਦੇ ਕੋਲ ਵੀ ਕੀ ਹੈ? 1 ਇਲੈਕਟ੍ਰੋਨ ਹੈ, ਹਨਾ। ਪਰ ਆਪਾਂ
ਸਹਿਯੋਗਿਕ ਹੈ ਜਾਂ ਹਾਈਡਰੋਜਨ ਦਾ ਜਿਹੜਾ ਮੋਲੀਕਿਊਲ ਉਹ ਕੀ ਹੁੰਦਾ H2 ਉਹ ਕਿਵੇਂ ਬਣਦਾ ਹੈ ਇੱਕ ਹਾਈਡਰੋਜਨ ਆਪਦਾ ਇੱਕ ਇਲੈਕਟ੍ਰੋਨ ਦੂਜੇ ਹਾਈਡਰੋਜਨ ਦੇ ਪਰਮਾਣੂ ਨਾਲ ਕੀ ਕਰ ਲੈਂਦਾ ਬੇਟਾ ਸ਼ੇਅਰ ਕਰ ਲੈਂਦਾ ਸ਼ੇਅਰ ਕਰਕੇ ਕੀ ਬਣ ਜਾਂਦਾ ਇੱਕ ਬੰਧਨ ਬਣ ਜਾਂਦਾ ਠੀਕ ਹੈ ਇਹ ਹੋ ਗਿਆ ਸਹਿ ਸੰਯੋਜਕ ਜਿਵੇਂ ਇਹ ਬਣੀ ਜਾਂਦੇ ਆ ਹੁਣ ਤੁਸੀਂ ਇੱਕ ਐਗਜ਼ਾਮਪਲ ਹੋਰ ਲੈ ਲਓ ਅਗਲੀ ਐਗਜ਼ਾਮਪਲ ਤੁਸੀਂ ਲੈ ਲਓ ਬੇਟਾ ਸਹਿ ਸੰਯੋਜਕ ਬੰਧਨ ਨੂੰ ਸਮਝਣ ਵਾਸਤੇ ਆਕਸੀਜਨ ਦੀ ਲੈ ਲਓ ਆਕਸੀਜਨ ਦੀ ਪਤਾ ਆਪਾਂ ਨੂੰ ਉਹਦੀ ਇਲੈਕਟ੍ਰੋਨਿਕ ਤਰਤੀਬ ਕਿੰਨੀ ਹੁੰਦੀ ਹੈ ਆਕਸੀਜਨ ਦੀ ਪਰਮਾਣੂ ਸੰਖਿਆ 16 ਕਿੰਨੀ ਹੈ ਦੀ ਪਰਮਾਣੂ ਸੰਖਿਆ 16 ਇਹਦੀ ਇਲੈਕਟ੍ਰੋਨਿਕ ਤਰਤੀਬ ਤੁਸੀਂ ਦੇਖੋ ਕੀ ਹੁੰਦੀ ਹੈ 2 8 6 ਇਹਦੇ ਬਾਹਰਲੇ ਇਲੈਕਟ੍ਰੋਨ ਬਾਹਰਲੇ ਸ਼ੈਲ 'ਚ ਕਿੰਨੇ ਇਲੈਕਟ੍ਰੋਨ ਹੈ 6 ਠੀਕ ਹੈ ਹੁਣ ਇਹ ਕਿਵੇਂ ਸ਼ੇਅਰ ਕਰਦੇ ਆ ਆਪਦੇ ਦੇਖੋ मम्मा रुक जाओ निकाल देती ना ਹੁਣ ਇਲੈਕਟ੍ਰੋਨ ਵੇ ਦੇਖੋ ਆਕਸੀਜਨ ਕੋਲ ਕਿੰਨੇ ਆ ਬਾਹਰਲੇ ਸ਼ੈਲ 'ਚ 6 ਦੂਜੇ ਆਕਸੀਜਨ ਕੋਲ ਕਿੰਨੇ ਆ ਗਏ ਪਰਮਾਣੂ ਕੋਲ 6 ਹੁਣ ਇਹਨਾਂ ਨੂੰ ਪੂਰੇ ਕਰਨ ਲਈ ਕੀ ਚਾਹੀਦਾ ਬੇਟਾ 8 ਚਾਹੀਦੇ ਆ ਤਾਂ ਉਹ ਕੀ ਕਰ ਲੈਣਗੇ ਇੱਕ ਦੂਜੇ ਨਾਲ ਸ਼ੇਅਰ ਕਰ ਲੈਣਗੇ ਸ਼ੇਅਰ ਕਿਵੇਂ ਕਰਨਗੇ ਉਹ ਧਿਆਨ ਨਾਲ ਦੇਖੋ ਹੁਣ ਦੇਖੋ ਆ ਵਾਲੇ ਦੋ ਇਹ ਵਾਲਾ ਆਕਸੀਜਨ ਲੈ ਲਓ ਤੇ ਆ ਵਾਲੇ ਦੋ ਇਹਦੇ ਨਾਲ ਮਿਲ ਕੇ ਬੰਧਨ ਬਣਾ ਲਾਂਗੇ ਤਾਂ ਕੀ ਬਣ ਜੂਗਾ ਬੇਟਾ ਆਪਣੇ ਕੋਲ ਉਹ ਦੂਰਾ ਬੰਧਨ ਬਣ ਜੂਗਾ ਆ ਇਹਨੂੰ ਕਹਿੰਦੇ ਆ ਬੇਟਾ ਸਹਿ ਸੰਯੋਜਕ ਬੰਧਨ ਮਤਲਬ ਕਿਸੇ ਤੋਂ ਇਲੈਕਟ੍ਰੋਨ ਦੇਣੇ ਨਹੀਂ ਨਾ ਆਪਾਂ ਇਲੈਕਟ੍ਰੋਨ ਦੇਣੇ ਆ ਨਾ ਆਪਾਂ ਇਲੈਕਟ੍ਰੋਨ ਲੈਣੇ ਆ ਆਪਾਂ ਉਹਦੇ ਨਾਲ ਇਲੈਕਟ੍ਰੋਨ ਕੀ ਕਰਨੇ ਆ ਸਾਂਝੇ ਕਰਨੇ ਆ ਸ਼ੇਅਰ ਕਰਨੇ ਆ ਇਸ ਨੂੰ ਇਹੀ ਜਿਹੜੀ ਗੁਣ ਹੈ ਇਹ ਖਾਸ ਗੁਣ ਹੈ ਇਹ ਤਾਂ ਤੁਹਾਨੂੰ ਆਕਸੀਜਨ ਦੀ ਵੀ ਉਦਾਹਰਨ ਦਿੱਤੀ ਇਹੀ ਸਾਰੇ ਖਾਸ ਗੁਣ ਕਿਹਦੇ ਵਿੱਚ ਆ ਕਾਰਬਨ ਦੇ ਵਿੱਚ ਕਿਉਂਕਿ ਕਾਰਬਨ ਦੇ ਵਿੱਚ ਬਾਹਰਲੇ ਸ਼ੈਲ 'ਚ 4 ਇਲੈਕਟ੍ਰੋਨ ਹੁੰਦੇ ਆ ਨਾ ਤਾਂ ਉਹ ਦੇ ਸਕਦਾ ਹੈ ਨਾ ਉਹ ਲੈ ਸਕਦਾ ਹੈ ਉਹ ਸਿਰਫ ਕੀ ਕਰ ਸਕਦਾ ਹੈ ਦੂਜੇ ਨਾਲ ਕੀ ਕਰਦਾ ਹੈ ਉਹਨਾਂ ਨੂੰ ਸਾਂਝੇ ਕਰਦਾ ਹੈ ਦੇਖੋ ਕਿਵੇਂ ਕਾਰਬਨ ਕਿਵੇਂ ਸਾਂਝੇ ਕਰਦਾ ਹੈ ਕਾਰਬਨ ਦੇਖੋ ਕਾਰਬਨ ਕਿੰਨੇ ਵੱਧ ਤੋਂ ਵੱਧ ਸਾਂਝੇ ਕਰ ਸਕਦਾ ਹੈ ਕਾਰਬਨ ਵੱਧ ਤੋਂ ਵੱਧ ਕਿੰਨੇ ਬੌਂਡ ਬੰਧਨ ਬਣਾ ਸਕਦਾ ਹੈ 4 ਕਿਉਂਕਿ ਕਾਰਬਨ ਦੇ ਬਾਹਰਲੇ ਸ਼ੈਲ 'ਚ ਕਿੰਨੇ ਹੁੰਦੇ ਆ ਬੇਟਾ 4 ਉਹ ਕੀ ਕਰ ਸਕਦਾ ਹੈ 4 ਬੰਧਨ ਬਣਾ ਸਕਦਾ ਹੈ ਉਹ ਕਿਵੇਂ ਹੁਣ ਆਪਾਂ ਡਿਸਕਸ ਕਰ ਲਾਂਗੇ ਹੁਣ ਆਪਾਂ ਦੇਖੋ ਕਾਰਬਨ ਦੇ ਕੋਲ ਕਿੰਨੇ ਆ 4 ਕਾਰਬਨ ਦੇ ਕੋਲ ਕਿੰਨੇ ਆ ਬੇਟਾ ਆਪਣੇ ਕੋਲ 4 ਐਕਸਟਰਾ ਤੇ ਆਪਾਂ ਨੂੰ ਪਤਾ ਇੱਕ ਹਾਈਡਰੋਜਨ ਦੇ ਕੋਲ ਕਿੰਨੇ ਆ ਐਕਸਟਰਾ ਤੇ ਕਿੰਨੀਆਂ ਹਾਈਡਰੋਜਨ ਚਾਹੀਦੀਆਂ ਇਹਨਾਂ ਬੰਧਨ ਬਣਾਉਣ ਲਈ ਆਪਾਂ ਨੂੰ 4 ਕਿੰਨੇ ਚਾਹੀਦੇ ਬੇਟਾ ਆਪਾਂ ਨੂੰ 4 ਤੇ ਫਿਰ ਕਿਵੇਂ ਬਣੂਗਾ ਧਿਆਨ ਨਾਲ ਦੇਖੋ ਕਾਰਬਨ ਕੋਲ 4 ਹੈ एक हाइड्रोजन आ जाऊगा हाइड्रोजन के कितने हो गए बेटा देखो 2 पूरे हो गए ते कार्बन के कितने पूरे हो गए बेटा कितने इलेक्ट्रॉन पूरे हो गए 8 ठीक है ਹੁਣ ਆਪਾਂ ਇਹਨੂੰ ਕਿਵੇਂ ਲਿਖ ਸਕਦੇ ਹਾਂ समझ आया ਇਹ ਸਹਿ ਸੰਯੋਜਕ ਬੰਧਨ ਕਿਵੇਂ ਬਣਦੇ ਆ ਆਪਣੇ ਕੋਲ ਕਾਰਬਨ ਵੱਧ ਤੋਂ ਵੱਧ 4 ਪਰਮਾਣੂ ਦੇ ਜਿਹੜੇ ਆਪਣੇ ਪਰਮਾਣੂ ਤੱਤਾਂ ਦੇ ਉਹਨਾਂ ਨਾਲ ਅਟੈਚ ਹੋ ਸਕਦਾ ਹੈ ਹੁਣ ਆਪਾਂ ਇਹਦੇ ਨਾਲ ਕੀ ਲਾਇਆ ਕਾਰਬਨ ਕੋਲ ਕਿੰਨੇ ਐਕਸਟਰਾ 4 ਉਹਨੇ ਕੀ ਕੀਤਾ ਕਿੰਨੇ ਹਾਈਡਰੋਜਨ ਕਿਉਂਕਿ ਹਾਈਡਰੋਜਨ ਕੋਲ ਤਾਂ ਇੱਕੋ ਹੀ ਹੁੰਦਾ ਉਹ 4 ਹਾਈਡਰੋਜਨ ਨਾਲ ਮਿਲ ਕੇ ਉਹਨਾਂ ਨੇ ਕੀ ਬਣਾਇਆ ਬੇਟਾ ਸਹਿ ਸੰਯੋਜਕ ਬੰਧਨ ਇਸ ਤਰ੍ਹਾਂ ਤੁਸੀਂ ਦੇਖੋ ਹਾਈਡਰੋਜਨ ਦੇ ਵੀ 2 ਪੂਰੇ ਹੋ ਗਏ ਤੇ ਕਾਰਬਨ ਦੇ ਵੀ 8 ਪੂਰੇ ਹੋ ਗਏ ਤੇ ਆਪਣੇ ਕੋਲ ਜਿਹੜੀ ਸਟਰਕਚਰ ਬਣ ਗਈ ਇਸ ਤਰ੍ਹਾਂ ਦੀ ਬਣ ਗਈ
ਠੀਕ ਹੈ। ਇਹ ਸੀ ਕਾਰਬਨ ਸਹਿ ਸੰਯੋਜਕ ਬੰਧਨ ਕਿਵੇਂ ਬਣਾਉਂਦਾ ਹੈ। ਕਾਰਬਨ ਬਹੁਤ ਜ਼ਿਆਦਾ ਅਣੂਆਂ ਨਾਲ ਸਹਿ ਸੰਯੋਜਕ ਬੰਧਨ ਬਣਾ ਸਕਦਾ ਹੈ। ਉਹ ਕਿਸੇ ਵੀ ਆਪਾਂ ਹੋਰ ਵੀ ਜਿਹੜੇ ਕਲੋਰੀਨ ਨਾਲ ਬਣਾ ਸਕਦਾ ਹੈ, ਨਾਈਟ੍ਰੋਜਨ ਨਾਲ ਬਣਾ ਸਕਦਾ ਹੈ, ਆਕਸੀਜਨ ਕਿਸੇ ਵੀ ਉਹਦੇ ਨਾਲ ਮਿਲ ਕੇ ਕੰਪਾਊਂਡ ਕਿਸੇ ਵੀ ਪਰਮਾਣੂ ਕਿਸੇ ਵੀ ਹੋਰ ਤੱਤ ਦੇ ਪਰਮਾਣੂ ਨਾਲ ਮਿਲ ਕੇ ਇਹ ਸਹਿ ਸੰਯੋਜਕ ਬੰਧਨ ਬਣਾ ਸਕਦਾ ਹੈ। ਇਹ ਤੋਂ ਬਾਅਦ ਇਹ ਸੀ ਆਪਣੇ ਕਾਰਬਨ ਦੇ ਸਹਿ ਸੰਯੋਜਕ ਬੰਧਨ। ਬੇਟਾ ਹੁਣ ਆਪਾਂ ਡਿਸਕਸ ਕਰਨਾ ਹੈ ਕਾਰਬਨ ਦੇ ਭਿੰਨ ਰੂਪ। ਕਾਰਬਨ ਆਪਾਂ ਨੂੰ ਮੇਨ ਦੋ ਭਿੰਨ ਰੂਪਾਂ 'ਚ ਮਿਲਦਾ ਹੈ, ਪਰ ਹੁਣ ਤੀਸਰੇ ਦੀ ਵੀ ਖੋਜ ਹੋ ਚੁੱਕੀ ਹੈ। ਕਾਰਬਨ ਦੇ ਭਿੰਨ ਰੂਪ ਕਿਹੜੇ ਕਿਹੜੇ ਹੈ? ਪਹਿਲਾ ਭਿੰਨ ਰੂਪ ਕਿਹੜਾ ਕਾਰਬਨ ਦਾ? ਤੁਸੀਂ ਲਾ ਲਓ ਹੀਰਾ, ਗ੍ਰੇਫਾਈਟ, ਤੇ ਤੀਸਰਾ ਕੀ ਹੈ? ਫੁਲਰੀਨ। ਫੁਲਰੀਨ ਨੂੰ C60 ਵੀ ਲਿਖਦੇ ਆ। C60 ਦਾ ਮਤਲਬ ਕੀ ਹੈ? ਕਾਰਬਨ ਦੇ 60 ਪਰਮਾਣੂਆਂ ਨੂੰ ਮਿਲ ਕੇ ਜਿਹੜੀ ਸਟਰਕਚਰ ਬਣਦੀ ਹੈ ਫੁੱਟਬਾਲ ਵਰਗੀ ਹੁੰਦੀ ਹੈ, ਤਾਂ ਕਰਕੇ ਉਹਨੂੰ ਫੁਲਰੀਨ ਕਹਿੰਦੇ ਆ। ਪਰ ਹੁਣ ਜਿਹੜੀਆਂ ਮੇਨ ਦੋ ਸਟਰਕਚਰਾਂ ਪੜ੍ਹਦੇ ਆ ਆਪਾਂ, ਹੀਰਾ ਤੇ ਗ੍ਰੇਫਾਈਟ। ਹੀਰਾ ਤੇ ਗ੍ਰੇਫਾਈਟ ਕਾਰਬਨ ਦੇ ਦੋ ਭਿੰਨ ਅਲੱਗ-ਅਲੱਗ ਰੂਪ ਹੈ। ਤੁਸੀਂ ਦੇਖੋ ਇਹਨਾਂ ਦੇ ਜਿਹੜੇ ਭੌਤਿਕ ਗੁਣ ਹੈ, ਭੌਤਿਕ ਗੁਣ ਇਹਨਾਂ ਦੇ ਕੀ ਹੁੰਦੇ ਆ? ਭਿੰਨ-ਭਿੰਨ ਹੁੰਦੇ ਆ। ਤੇ ਰਸਾਇਣਿਕ ਗੁਣ ਕੀ ਹੁੰਦੇ? ਸਮਾਨ ਹੁੰਦੇ ਆ। ਭੌਤਿਕ ਗੁਣ ਰਸਾਇਣਿਕ ਗੁਣਾਂ ਦੇ ਵਿੱਚ ਕੀ ਹੋ ਜੂ? ਦੋਨੋਂ ਕਾਰਬਨ ਦੀਆਂ ਬਣਦੀਆਂ। ਭੌਤਿਕ ਗੁਣ ਕਿਵੇਂ ਹੈ? ਜਿਹੜਾ ਗ੍ਰੇਫਾਈਟ ਹੈ ਉਹ ਨਰਮ ਹੁੰਦਾ ਹੈ, ਪਰ ਜਿਹੜਾ ਹੀਰਾ ਹੈ, ਹੀਰਾ ਦੁਨੀਆ ਦੇ ਜਿਹੜੇ ਕਠੋਰ ਪਦਾਰਥ ਹੈ ਉਹਨਾਂ ਵਿੱਚੋਂ ਇੱਕ ਹੈ। ਯਾਦ ਰੱਖਣੇ ਆ ਜੇ ਤੁਹਾਨੂੰ ਕਦੇ ਆ ਜੇ। ਕਾਰਬਨ ਦੇ ਤਿੰਨ ਭਿੰਨ ਰੂਪ ਹੈ, ਪਰ ਜਿਹੜੇ ਉਹ ਤੀਜਾ ਕਿਹੜਾ? ਫੁਲਰੀਨ, ਜਿਹਦੀ ਖੋਜ ਬੇਟਾ ਸਾਇੰਟਿਸਟ ਬਕਮਿਸਟਰ ਫੁਲਰੀਨ ਨੇ ਕੀਤੀ ਸੀ, ਤਾਂ ਕਰਕੇ ਉਹਦਾ ਨਾਮ ਫੁਲਰੀਨ ਬਣ ਗਿਆ। ਇਹਦੀ ਸਟਰਕਚਰ ਫੁੱਟਬਾਲ ਵਰਗੀ ਹੁੰਦੀ ਹੈ। ਇਹ ਕਾਰਬਨ ਦੇ 60 ਅਣੂਆਂ ਨੂੰ ਮਿਲ ਕੇ ਬਣਦਾ ਹੈ। ਠੀਕ ਹੈ। ਗ੍ਰੇਫਾਈਟ ਤੇ ਹੀਰਾ ਇਹ ਕਾਰਬਨ ਦੇ ਭਿੰਨ ਰੂਪ ਹੈ। ਕਠੋਰ ਪਦਾਰਥ ਕਿਹੜਾ? ਹੀਰਾ। ਇਹਨਾਂ ਦੇ ਭੌਤਿਕ ਗੁਣ ਕੀ ਹੁੰਦੇ ਆ? ਭਿੰਨ ਹੁੰਦੇ ਆ, ਪਰ ਰਸਾਇਣਿਕ ਗੁਣ ਕੀ ਹੁੰਦੇ ਆ ਬੇਟਾ? ਸਮਾਨ ਹੁੰਦੇ ਆ। ਇਹ ਤੋਂ ਬਾਅਦ ਇਹਦੀ ਅਗਲੀ ਪ੍ਰੋਪਰਟੀ ਵਰਸੇਟਾਈਲ ਨੇਚਰ। ਵਰਸੇਟਾਈਲ ਨੇਚਰ ਆਫ ਕਾਰਬਨ। ਵਰਸੇਟਾਈਲ ਨੇਚਰ ਕੀ ਹੁੰਦਾ ਹੈ? ਕਾਰਬਨ ਦੀਆਂ ਅਲੱਗ-ਅਲੱਗ ਬਹੁਮੁਖੀ ਪ੍ਰਕਿਰਤੀ। ਕਾਰਬਨ ਦੀ एक क्वेश्चन पेपर च आ जाता है, वाई कार्बन हैज वर्सेटाइल नेचर। वर्सेटाइल बोलो। कार्बन की बहुमुखी प्रकृति। वर्सेटाइल नेचर ऑफ कार्बन। कार्बन की बहुमुखी प्रकृति। ये क्वेश्चन बेटा पेपर च आंदा है। कार्बन एक वर्सेटाइल नेचर क्यों है? बहुमुखी प्रकृति की हो। ਇਹਦਾ आंसर सब तो पहला ਦਾ आंसर ਆਪਾਂ ਦੇ ਦਿੰਦੇ ਹਾਂ ਲੜੀ ਬੰਧਨ। पॉइंट्स है दे पहला की है? लड़ी बंधन। बेटा लड़ी बंधन दे विच आपां पढ़ते हैं कार्बन किन्नियां लंबियां लंबियां लड़ियां बना सकते हैं। कार्बन दे जिन्ने मर्जी तुसी परमाणुओं नूं जोड़ के जिन्नी मर्जी लंबी तुसी इहदी लड़ी बना सकते हो। कार्बन दी लड़ी कार्बन दूरे बंधन भी बना सकता है, कार्बन तीरे बंधन भी बना सकता है, कार्बन क्यारे बंधन भी बना सकता है। ये सारा कुछ आपां किहदे विच पढ़दे हैं? लड़ी बंधन। लड़ी बंधन का मतलब की है? कार्बन के अणुओं की कार्बन का वो गुण जिहदे करके कार्बन के अणुओं दी लंबियां लंबियां लड़ियां बना के आपां नवे नवे यौगिक बना सकते हैं। इस प्रॉपर्टी नूं की कहने आपां उहदी लड़ी बंधन। लड़ी बंधन दे विच संतृप्त यौगिक भी आ जाते हैं, असंतृप्त कार्बन के यौगिक भी आ जाते हैं। संतृप्त किहड़े हुंदे आ बेटा? इन्हां नूं आपां अगे भी डिस्कस करांगे। जिन्हां विच कार्बन के क्यारे बंधन हुंदे आ ते असंतृप्त किहड़े हुंदे आ? जिन्हां विच कार्बन के दूरे बंधन हुंदे आ। ठीक है। दूजी प्रॉपर्टी की है? बहुमुखी प्रकृति वर्सेटाइल नेचर नूं जिहड़ी ओह करदी है सह संयोजकता। सह संयोजकता। संयोजकता ਇਹਦੀ संयोजकता कितनी है बेटा? 4। ਇਹ ਕੀ ਕਰਦਾ ਹੈ? ਨਾ ਤਾਂ ਕਿਸੇ ਨੂੰ 4 ਦਿੰਦਾ ਆਪਦਿਆਂ ਨੂੰ, ਨਾ ਕਿਸੇ ਤੋਂ 4 ਲੈਂਦਾ ਹੈ, ਬਟ ਇਹ ਕੀ ਕਰਦਾ ਹੈ? ਉਹਦੇ ਨਾਲ 4 ਦੂਜੇ ਤੱਤਾਂ ਦੇ ਪਰਮਾਣੂ ਨਾਲ ਮਿਲ ਕੇ ਉਹਨਾਂ ਨੂੰ ਕੀ ਕਰਦਾ ਹੈ? ਸਾਂਝਾ ਕਰਦਾ ਹੈ ਤੇ ਨਵੇਂ ਨਵੇਂ ਯੌਗਿਕ ਬਣਾਉਂਦਾ ਹੈ। ਇਹ ਕੁਐਸਚਨ ਪੇਪਰ 'ਚ ਆ ਜਾਂਦਾ ਹੈ। ਇਹਦੇ ਵਿੱਚ ਬਹੁਮੁਖੀ ਪ੍ਰਕਿਰਤੀ ਕਿਉਂ ਹੈ? ਵਰਸੇਟਾਈਲ ਨੇਚਰ ਕਿਉਂ ਹੈ ਕਾਰਬਨ ਦਾ? ਕਿਉਂ ਹੈ? ਕਿਹੜੇ ਕਿਹੜੇ ਗੁਣ ਕਰਕੇ? ਲੜੀ ਬੰਧਨ ਕਰਕੇ ਵੀ ਇਹ ਲੰਬੀਆਂ ਲੰਬੀਆਂ ਲੜੀਆਂ ਬਣਾ ਕੇ ਨਵੇਂ ਯੌਗਿਕ ਬਣਾਉਂਦਾ ਹੈ, ਤੇ ਸੰਯੋਜਕਤਾ ਕਰਕੇ ਵੀ। ਇਹਦੀ ਸੰਯੋਜਕਤਾ ਕੀ ਹੈ? 4 ਹੈ। ਹੁਣ ਆਪਣਾ ਜਿਹੜਾ ਅਗਲਾ ਟੌਪਿਕ ਹੈ
ਕਾਰਬਨ ਅਤੇ ਇਸ ਦੇ ਯੌਗਿਕ। असंतृप्त ते असंतृप्त। संतृप्त अते असंतृप्त। यौगिक बेटा संतृप्त विच की हुंदा है, जिवें आपां मीथेन लै लईए, मीथेन की है ਇਹਦੇ ਵਿੱਚ ਇਹਦੇ ਕਿਹੜੇ ਬੰਧਨ ਹੈ, ਸਾਰਿਆਂ ਦੇ ਵਿੱਚ ਕਿਆਰੇ ਬੰਧਨ ਹੈ। ਇਥੇਨ ਲੈ ਲਓ, ਇਹਦੇ ਵਿੱਚ ਵੀ ਕਿਹੜੇ ਬੰਧਨ ਹੈ ਬੇਟਾ, ਕਿਆਰੇ ਬੰਧਨ ਹੈ। ਜਿਨ੍ਹਾਂ ਵਿੱਚ ਕਿਆਰੇ ਬੰਧਨ ਹੁੰਦੇ ਇਹ ਸਾਰੇ ਕਿਹੜੇ ਹੁੰਦੇ ਆ, ਸੰਤ੍ਰਿਪਤ। ਠੀਕ ਹੈ बेटा संतृप्त कार्बन यौगिक किहड़े हुंदे, जिन्हां विच की बनदे आ कार्बन दे क्यारे बंधन बनदे, ये संतृप्त हुंदे आ। ते असंतृप्त किन्ने हुंदे, जिन्हां विच कार्बन दे यौगिकां दे विच दूरे बंधन बनदे आ, जिवें इथीन ले लो। हुण देखो इहदे विच कार्बन ने कार्बन नाल किन्ने शेयर कर ले, सांझे कर ले, 2 कर ले, तां बाहर किन्ने रह गए, 2 ही रह गए ना। ਇਹਦਾ ਕੀ ਫਾਰਮੂਲਾ ਬਣ ਗਿਆ, C2H4 ਇਥੀਨ। ਇਹਨੂੰ ਕੀ ਕਹਾਂਗੇ ਆਪਾਂ, ਇਥੀਨ। ਜਦੋਂ ਕਾਰਬਨ ਕਾਰਬਨ ਦੇ ਵਿੱਚ ਦੂਰੇ ਬੰਧਨ ਜਾਂ ਤੀਰੇ ਬੰਧਨ ਹੁੰਦੇ ਆ ਉਦੋਂ ਆਪਾਂ ਉਹਨੂੰ ਕੀ ਕਹਿੰਦੇ ਆ ਬੇਟਾ, C2H2। ਤਾਂ ਕਿਹੜੇ ਬੰਧਨ ਹੁੰਦੇ ਆ ਬੇਟਾ, ਉਹ असंतृप्त। ਕਿਹੜੇ ਹੁੰਦੇ ਆ ਉਹ, असंतृप्त। ਜਦੋਂ ਕਿਆਰੇ ਬੰਧਨ ਹੁੰਦੇ ਆ ਉਦੋਂ ਸੰਤ੍ਰਿਪਤ, ਜਦੋਂ ਦੂਰੇ ਆ ਤੀਰੇ ਬੰਧਨ ਬਣਦੇ ਆ ਉਦੋਂ ਕਿਹੜੇ ਬਣਦੇ ਆ, असंतृप्त ਬਣਦੇ ਆ। ਇਹ ਸੀ ਕਾਰਬਨ ਤੇ ਉਹਦੇ ਯੌਗਿਕ ਕਿਵੇਂ ਬਣਦੇ ਆ। ਹੁਣ ਆਪਾਂ ਇਹਦੀਆਂ ਵੱਖ-ਵੱਖ ਚੇਨਾਂ ਲੜੀਆਂ ਕਿਵੇਂ ਬਣਦੀਆਂ ਉਹਦੇ ਬਾਰੇ ਆਪਾਂ ਨੈਕਸਟ ਵੀਡੀਓ ਵਿੱਚ ਡਿਸਕਸ ਕਰਾਂਗੇ। ਇੰਨਾ ਤੁਸੀਂ ਸਾਰਿਆਂ ਨੇ ਰੀਡ ਕਰਨਾ, ਤੁਹਾਡੀ ਬੁੱਕ ਦਾ 4th ਚੈਪਟਰ ਹੈ ਬੇਟਾ, 70 ਪੇਜ ਤੱਕ ਤੁਸੀਂ ਸਾਰਿਆਂ ਨੇ ਰੀਡ ਕਰ ਲੈਣਾ। ਥੈਂਕ ਯੂ।